ਹੈਲੋ ਦੋਸਤੋ, ਅੱਜ ਆਪਾਂ ਸੰਵਿਧਾਨ ਦਾ ਇੱਕ ਟੌਪਿਕ ਕਰਾਂਗੇ ਜੀ। ਪਾਰਲੀਮੈਂਟ ਮਤਲਬ ਕਿ ਸੰਸਦ, ਜਿਹਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਵਾ। ਇਸ ਨਾਲ ਸੰਬੰਧਿਤ ਜਿੰਨੇ ਵੀ ਆਰਟੀਕਲ ਹੈਗੇ ਨੇ ਜਾਂ ਇੰਪੋਰਟੈਂਟ ਕੁਐਸਚਨ ਸਰ ਬਣਦੇ ਨੇ, ਜਿਹੜੇ ਵੀ ਪੇਪਰਾਂ ਦੇ ਵਿੱਚ ਆਏ ਹੋਏ ਨੇ ਜਾਂ ਆ ਸਕਦੇ ਨੇ ਜੀ। ਵੈਸੇ ਇਹ ਪਾਰਟ ਬਹੁਤ ਜ਼ਰੂਰੀ ਆ ਜੀ। ਇਸ ਵਿੱਚ ਤੁਹਾਨੂੰ ਕੋਈ ਨਾ ਕੋਈ ਕਿਸੇ ਐਗਜ਼ਾਮ ਦੇ ਵਿੱਚ ਤੁਹਾਨੂੰ ਸਵਾਲ ਦੇਖਣ ਨੂੰ ਮਿਲ ਜੂਗਾ। ਜੇ ਤੁਸੀਂ ਇਹ ਕਲੀਅਰਲੀ ਕੀਤਾ ਹੋਊਗਾ ਤਾਂ ਤੁਹਾਨੂੰ ਜੋ ਮਰਜ਼ੀ ਆ ਜਾਏ ਤੁਸੀਂ ਆਰਾਮ ਨਾਲ ਹੱਲ ਕਰ ਸਕਦੇ ਹੋ ਜੀ। ਆਪਾਂ ਸਟਾਰਟ ਕਰਦੇ ਹਾਂ ਟੌਪਿਕ। ਪਹਿਲਾਂ ਆਪਾਂ ਆਰਟੀਕਲ ਕਰਾਂਗੇ, ਉਸ ਤੋਂ ਬਾਅਦ ਆਪਾਂ ਜੋ ਵੀ ਹੈਗਾ ਜੀ ਡਿਟੇਲ ਦੇ ਵਿੱਚ ਉਹ ਪੜ੍ਹਾਂਗੇ ਸਾਰੀ ਇਨਫੋਰਮੇਸ਼ਨ। ਅਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਆਰਟੀਕਲ ਦੇ ਵਿੱਚੋਂ ਜੀ। ਆਰਟੀਕਲ ਜਿਹੜਾ 79 ਆ ਜੀ 79 ਸੰਸਦ ਦੇ ਗਠਨ ਬਾਰੇ ਦੱਸਦਾ ਵਾ। ਆਰਟੀਕਲ 80 ਦੱਸਦਾ ਜੀ ਰਾਜ ਸਭਾ ਦਾ ਗਠਨ। ਆਰਟੀਕਲ 81 ਦੱਸਦਾ ਜੀ ਲੋਕ ਸਭਾ ਦੀ ਰਚਨਾ। ਆਰਟੀਕਲ 82 ਦੱਸਦਾ ਜੀ ਹਰੇਕ ਜਨਗਿਣਤੀ ਪਿੱਛੇ ਪੁਨਰ ਮੈਲਾਨ। ਆਰਟੀਕਲ 83 ਦੱਸਦਾ ਜੀ ਸੰਸਦ ਦੇ ਸਦਨਾਂ ਦੀ ਮਿਆਦ, ਮਤਲਬ ਕਿ ਸਮਾਂ ਕਿੰਨੇ ਤੱਕ ਹੋਣਾ ਜੀ। ਜਿਹੜਾ ਆਰਟੀਕਲ 84 ਆ ਜੀ ਸੰਸਦ ਦੇ ਮੈਂਬਰਾਂ ਦੀ ਕਾਬਲੀਅਤ ਦੱਸਦਾ ਜੀ, ਜਿਵੇਂ ਕਿ ਐਲੀਜੀਬਿਲਟੀ ਦੱਸਦਾ ਵਾ। ਆਰਟੀਕਲ ਜਿਹੜਾ 85 ਆ ਸੰਸਦ ਦੇ ਇਜਲਾਸ ਉਠਾ ਦੇਣਾ ਅਤੇ ਤੜਾਓ। ਆਰਟੀਕਲ ਜਿਹੜਾ 86 ਆ ਜੀ ਰਾਸ਼ਟਰਪਤੀ ਦਾ ਸਦਨਾਂ ਨੂੰ ਸੰਬੋਧਨ ਅਤੇ ਸੰਦੇਸ਼ ਭੇਜਣ ਦਾ ਅਧਿਕਾਰ। ਆਰਟੀਕਲ ਜਿਹੜਾ 88 ਆ ਜੀ ਸਦਨਾਂ ਬਾਰੇ ਮੰਤਰੀਆਂ ਅਤੇ ਅਟਾਰਨੀ ਜਨਰਲ ਦੇ ਅਧਿਕਾਰ। ਅੱਗੇ ਆ ਜਾਂਦੇ ਸੰਸਦ ਦੇ ਅਫਸਰ ਜੀ। 99 ਤੋਂ 99 ਦੇ ਆਰਟੀਕਲ ਹੈਗੇ ਨੇ ਇਹਨਾਂ ਦੇ, ਕਿਉਂਕਿ ਤੁਹਾਨੂੰ ਇੱਦਾਂ ਹੀ ਬਹੁਤ ਸਕਦੇ ਸੰਸਦ ਦੇ ਅਫਸਰ ਦੇ ਕਿੰਨੇ ਆਰਟੀਕਲ ਆ ਜੀ, ਕਿੰਨੇ ਤੋਂ ਕਿੰਨੇ ਤੱਕ ਆ ਅਤੇ ਆ ਸਕਦੇ ਆ ਜੀ। ਆਰਟੀਕਲ ਜਿਹੜਾ 99 ਆ ਜੀ ਰਾਜ ਸਭਾ ਦੇ ਉਪ ਸਭਾਪਤੀ ਬਾਰੇ ਦੱਸਦਾ ਜੀ। ਮਤਲਬ ਕਿ ਰਾਜ ਸਭਾ ਦਾ ਜਿਹੜਾ ਸਭਾਪਤੀ ਹੁੰਦਾ ਜੀ ਉਪ ਸਭਾਪਤੀ ਹੁੰਦਾ। ਵੈਸੇ ਰਾਜ ਸਭਾ ਦਾ ਜਿਹੜਾ ਸਭਾਪਤੀ ਹੁੰਦਾ ਜੀ ਉਹ ਉਪ ਰਾਸ਼ਟਰਪਤੀ ਹੁੰਦਾ ਵਾ। ਇਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਅਤੇ ਉਹਨਾਂ ਬਾਰੇ ਦੱਸਦਾ ਜੀ। ਆਰਟੀਕਲ ਜਿਹੜਾ 90 ਆ ਜੀ ਉਪ ਸਭਾਪਤੀ ਦੇ ਅਹੁਦੇ ਦਾ ਖਾਲੀ ਹੋਣਾ, ਉਸ ਤੋਂ ਅਸਤੀਫਾ ਅਤੇ ਹਟਾਇਆ ਜਾਣਾ। ਠੀਕ ਆ ਜੀ। ਆਰਟੀਕਲ ਜਿਹੜਾ 91 ਆ ਉਪ ਸਭਾਪਤੀ ਜਾਂ ਹੋਰ ਵਿਅਕਤੀਆਂ ਦੀ ਸਭਾਪਤੀ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨਾ ਦੀ ਜਾਂ ਸਭਾਪਤੀ ਵਜੋਂ ਕਾਰਜ ਕਰਨ ਦੀ ਸ਼ਕਤੀ। ਬਾਕੀ ਜਿੱਦਾਂ ਵੀ ਆਰਟੀਕਲ ਕੀ ਦਿੱਤਾ ਗਿਆ ਜੀ ਉੱਦਾਂ ਹੀ ਸਟੱਡੀ ਕਰਨਾ, ਕਿਉਂਕਿ ਇੱਦਾਂ ਹੀ ਤੁਹਾਨੂੰ ਪੇਪਰ ਦੇ ਵਿੱਚ ਆਉਣਾ ਵਾ। ਆਰਟੀਕਲ ਹੈ ਜੀ 92 ਜਦੋਂ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਮਤਾ ਵਿਚਾਰ ਅਧੀਨ ਹੋਵੇ ਜਾਂ ਸਭਾਪਤੀ ਜਾਂ ਉਪ ਸਭਾਪਤੀ ਦਾ ਪ੍ਰਧਾਨਗੀ ਨਾ ਕਰਨਾ। ਮਤਲਬ ਕਿ ਜੋ ਉਹ ਪ੍ਰਧਾਨਗੀ ਵਗੈਰਾ ਨਹੀਂ ਕਰਦੇ, ਕੰਮ ਵਗੈਰਾ ਨਹੀਂ ਕਰਦੇ, ਫਿਰ ਉਹਨਾਂ ਨੂੰ ਹਟਾਉਣ ਦਾ ਜਿਹੜਾ ਮਤਾ ਵਿਚਾਰ ਹੁੰਦਾ ਜੀ ਉਹ ਆਰਟੀਕਲ 92 ਦੇ ਅੰਦਰ ਆਉਂਦਾ ਜੀ। ਆਰਟੀਕਲ 93 ਹੈ ਜੀ ਲੋਕ ਸਭਾ ਦਾ ਸਪੀਕਰ ਅਤੇ ਡਿਪਟੀ ਸਪੀਕਰ, ਉਹਦੇ ਬਾਰੇ ਦੱਸਦਾ ਏ ਆਰਟੀਕਲ 93। ਆਰਟੀਕਲ 94 ਦੱਸਦਾ ਜੀ ਲੋਕ ਸਭਾ ਅਤੇ ਡਿਪਟੀ ਸਪੀਕਰ ਦਾ ਅਹੁਦਿਆਂ ਦਾ ਖਾਲੀ ਹੋਣਾ ਜਾਂ ਅਸਤੀਫਾ ਦੇਣਾ ਜਾਂ ਹਟਾਇਆ ਜਾਣਾ। ਆਰਟੀਕਲ ਜਿਹੜਾ 95 ਹੈ ਜੀ ਡਿਪਟੀ ਸਪੀਕਰ ਜਾਂ ਹੋਰ ਵਿਅਕਤੀ ਦੇ ਸਪੀਕਰ ਦੇ ਅਹੁਦੇ 'ਤੇ ਕਰਤੱਵਾਂ ਦਾ ਪਾਲਣ ਕਰਨਾ ਜਾਂ ਸਪੀਕਰ ਵਜੋਂ ਕਾਰਜ ਕਰਨ ਦੀ ਸ਼ਕਤੀ। ਠੀਕ ਆ ਜੀ। ਆਰਟੀਕਲ ਜਿਹੜਾ 96 ਆ ਜੀ ਡਿਪਟੀ ਸਪੀਕਰ ਅਤੇ ਸਪੀਕਰ ਨੂੰ ਹਟਾਉਣਾ ਜਾਂ ਜੇ ਉਹ ਪ੍ਰਧਾਨਗੀ ਨਾ ਕਰਨ। ਠੀਕ ਆ ਜੀ। ਆਰਟੀਕਲ 97 ਦੱਸਦਾ ਜੀ ਸਭਾਪਤੀ ਅਤੇ ਉਪ ਸਭਾਪਤੀ, ਸਪੀਕਰ, ਡਿਪਟੀ ਸਪੀਕਰ ਦੀਆਂ ਤਨਖਾਹਾਂ ਦੇ ਭੱਤੇ, ਮਤਲਬ ਕਿ ਉਹਨਾਂ ਦੀ ਤਨਖਾਹ ਜਿਹੜੇ ਵੀ ਹੈਗੇ ਜੀ ਰਾਜ ਸਭਾ ਦੇ ਹੋ ਗਏ, ਲੋਕ ਸਭਾ ਦੇ ਹੋ ਗਏ ਜੀ, ਸਭਾਪਤੀ ਜਾਂ ਸਪੀਕਰ, ਉਹਨਾਂ ਦੀ ਤਨਖਾਹਾਂ ਦੇ ਭੱਤੇ ਨਾਲ ਸੰਬੰਧਿਤ ਹੈ ਜੀ ਆਰਟੀਕਲ 97। ਆਰਟੀਕਲ ਜਿਹੜਾ 98 ਹੈ ਜੀ ਉਹ ਸੰਸਦ ਦੇ ਸਕੱਤਰੇਤ ਕਾਰਜ ਸੰਚਾਲਨ ਨਾਲ ਸੰਬੰਧਿਤ ਆ ਜੀ। ਆਰਟੀਕਲ 99 ਹੈ ਜੀ ਮੈਂਬਰਾਂ ਦੀ ਸਹੁੰ ਸੰਸਦ ਦੇ। ਆਰਟੀਕਲ 100 ਜੀ ਜਿਹੜਾ ਹੈਗਾ ਜੀ ਸੰਸਦ ਵਿੱਚ ਵੋਟ ਦੇਣਾ, ਖਾਲੀ ਥਾਵਾਂ ਹੁੰਦਿਆਂ ਹੀ ਸਦਨਾਂ ਦੀ ਕਾਰਜਸ਼ਕਤੀ ਕਰਨ ਦੀ ਸ਼ਕਤੀ ਅਤੇ ਕੋਰਮ ਨਾਲ ਸੰਬੰਧਿਤ ਆ। ਅੱਗੇ ਆ ਜੀ ਮੈਂਬਰਾਂ ਦੀ ਕਾਬਲੀਅਤ। ਆਰਟੀਕਲ ਜਿਹੜੀ 101 ਆ ਜੀ ਉਹ ਥਾਵਾਂ ਦਾ ਖਾਲੀ ਹੋਣਾ ਜੀ। ਆਰਟੀਕਲ 102 ਮੈਂਬਰਾਂ ਦੀ ਕਾਬਲੀਅਤਾਂ। ਆਰਟੀਕਲ 103 ਮੈਂਬਰਾਂ ਦੀ ਕਾਬਲੀਅਤਾਂ ਬਾਬਤ ਸਵਾਲਾਂ ਫੈਸਲੇ। ਇਹ ਆ ਕਿ ਇਹ ਸਬ ਇੰਸਪੈਕਟਰ ਦੇ ਵਿੱਚ ਵੀ ਆਇਆ ਸੀ ਆਰਟੀਕਲ 3। ਆਰਟੀਕਲ 104 ਇਹ ਆ ਕਿ ਆਰਟੀਕਲ 99 ਦੇ ਅਧੀਨ ਸਹੁੰ ਚੁੱਕਣ ਤੋਂ ਪਹਿਲਾਂ ਜਾਂ ਕਾਬਲ ਨਾ ਹੁੰਦਿਆਂ ਨਾਕਾਬਲ ਹੋਣ 'ਤੇ ਬੈਠਣ ਅਤੇ ਵੋਟ ਦੇਣ ਦੇ ਲਈ ਜੁਰਮਾਨਾ ਵਗੈਰਾ, ਦੰਡਨ ਵਗੈਰਾ। ਇਹ ਵੀ ਸਬ ਇੰਸਪੈਕਟਰ ਦੇ ਆਇਆ ਸੀ ਜੀ ਪੰਜਾਬ ਦੇ ਅੰਦਰ। ਬਾਕੀ ਹੋਰ ਵੀ ਕਈ ਪੇਪਰਾਂ ਦੇ ਵਿੱਚ ਆ ਚੁੱਕੇ ਆ ਜੀ। ਅਤੇ ਇਹ ਆ ਕਿ ਆਰਟੀਕਲ ਜਿੰਨੇ ਵੀ ਕਵਰ ਕੀਤੇ ਆ ਜੀ ਸਾਰੇ ਹੀ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਆਏ ਹੋਏ ਆ। ਇੱਕ ਗੱਲ ਨੂੰ ਧਿਆਨ ਰੱਖਣਾ। ਸੰਸਦ ਦੇ ਮੈਂਬਰਾਂ ਦੀਆਂ ਸ਼ਕਤੀਆਂ, ਵਿਸ਼ੇਸ਼ ਅਧਿਕਾਰ ਅਤੇ ਉਨਮੁਕਤੀਆਂ। ਠੀਕ ਆ ਜੀ। ਅਤੇ ਇਹ ਲਿਖਿਆ ਆ ਜੀ ਜਿੱਦਾਂ ਪੰਜਾਬੀ ਦੇ ਵਿੱਚ ਇੱਦਾਂ ਹੀ ਤੁਸੀਂ ਦੇਖਣਾ ਵਾ ਅਤੇ ਤੁਹਾਨੂੰ ਇੱਦਾਂ ਹੀ ਅੰਗਰੇਜ਼ੀ ਵਗੈਰਾ ਪੰਜਾਬੀ ਹਿੰਦੀ ਮਿਲੂਗਾ ਜੀ। ਅੰਗਰੇਜ਼ੀ ਕੀ ਕਹਿੰਦੇ ਉਹ ਤੁਸੀਂ ਆਪਣੇ ਆਰਟੀਕਲ 'ਚ ਦੇਖ ਸਕਦੇ ਹੋ। ਬਾਕੀ ਪੰਜਾਬੀ 'ਚ ਕੀ ਕਹਿੰਦੇ ਉਹ ਮੈਂ ਦੇਖਿਆ ਜੀ। ਆਰਟੀਕਲ 105 ਹੈ ਜੀ ਸੰਸਦ ਦੇ ਸਦਨਾਂ ਦੀਆਂ ਉਸ ਦੀਆਂ ਮੈਂਬਰ ਦੀਆਂ ਕਮੇਟੀਆਂ ਦੀ ਸ਼ਕਤੀਆਂ, ਵਿਸ਼ੇਸ਼ ਅਧਿਕਾਰ ਆਦਿ। ਠੀਕ ਹੈ ਜੀ। ਆਰਟੀਕਲ ਜਿਹੜਾ 106 ਦੱਸਦਾ ਜੀ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਦੇ ਭੱਤੇ। ਪਹਿਲਾਂ ਆਪਾਂ ਗੱਲ ਕੀਤੀ ਸੀ ਉਹਨਾਂ ਦੇ ਰਾਜ ਸਭਾ ਡਿਪਟੀ ਸਪੀਕਰ ਦੇ ਤਨਖਾਹ ਦੇ ਭੱਤੇ। ਬਾਕੀ ਜਿਹੜੇ ਸੰਸਦ ਦੇ ਮੈਂਬਰ ਆ ਜੀ ਉਹਨਾਂ ਨੂੰ ਜਿਹੜੀ ਤਨਖਾਹ ਵਗੈਰਾ ਮਿਲਦੀ ਆਰਟੀਕਲ 106 ਦੇ ਅੰਦਰ ਮਿਲਦੀ ਆ।
ਅੱਗੇ ਵਿਧਾਨਕ ਜਾਬਤਾ ਨਾਲ ਸੰਬੰਧਿਤ ਆਰਟੀਕਲ ਆ ਜੀ। ਆਰਟੀਕਲ 107 ਬਿੱਲਾਂ ਦੇ ਪ੍ਰਸਤਾਵਨ ਅਤੇ ਪਾਸ ਕਰਨ ਦੀ ਬਾਬਤ ਉਪਬੰਧ ਮਤਲਬ ਕਿ ਪਾਸ ਕਰਨੇ ਜ਼ਰੂਰੀ ਹੁੰਦੇ ਆ। ਕਿਹੜੇ ਕਿਹੜੇ ਬਿੱਲ ਹੋਣਗੇ ਜੀ ਉਹਨਾਂ ਬਾਰੇ ਦੱਸਦਾ ਵਾ। ਆਰਟੀਕਲ 108 ਆ ਜੀ, ਕੁਝ ਸੂਰਤਾਂ ਵਿੱਚ ਦੋਵਾਂ ਸਦਨਾਂ ਦੀ ਸੰਯੁਕਤ ਬੈਠਕ। ਅਤੇ ਤੁਹਾਨੂੰ ਇਹ ਵੀ ਆਰਟੀਕਲ ਕਈ ਪੇਪਰਾਂ 'ਚ ਵੇਖਣ ਨੂੰ ਮਿਲ ਗਿਆ ਹੋਊਗਾ ਜੀ, ਕਿਉਂਕਿ ਜਦੋਂ ਪੁੱਛ ਸਕਦੇ ਕਿ ਦੋਵਾਂ ਸਦਨਾਂ ਦੀ ਜਿਹੜੀ ਬੈਠਕ ਸੰਯੁਕਤ ਹੁੰਦੀ ਉਹ ਕਿਸ ਆਰਟੀਕਲ ਦੇ ਤਹਿਤ ਹੁੰਦੀ ਆ ਜੀ। 108 ਦੇ ਤਹਿਤ ਹੁੰਦੀ ਆ। ਆਰਟੀਕਲ 109 ਆ ਜੀ, ਧਨ ਬਿੱਲਾਂ ਅਤੇ ਵਿਸ਼ੇਸ਼ ਜਾਬਤਾ ਨਾਲ ਸੰਬੰਧਿਤ ਆ। ਆਰਟੀਕਲ 111 ਜੀ, ਬਿੱਲਾਂ ਨੂੰ ਅਨੁਮਤੀ ਜਿਹੜੀ ਦਿੰਦੇ ਆ ਜੀ, ਉਹ ਆਰਟੀਕਲ 111 ਦੇ ਅੰਦਰ ਦਿੰਦੇ ਆ। ਆਰਟੀਕਲ 120 ਆ ਜੀ, ਸੰਸਦ ਵਿੱਚ ਵਰਤੀ ਗਈ ਭਾਸ਼ਾ। ਆਰਟੀਕਲ 121 ਆ ਜੀ, ਸੰਸਦ ਵਿੱਚ ਚਰਚਾ 'ਤੇ ਪਾਬੰਦੀ। ਆਰਟੀਕਲ 122 ਅਦਾਲਤਾਂ ਦਾ ਸੰਸਦ ਦੀਆਂ ਕਾਰਵਾਈਆਂ ਦੀ ਜਾਂਚ ਨਾ ਕਰਨਾ। ਠੀਕ ਆ ਜੀ। ਬਾਕੀ ਮਹੱਤਵਪੂਰਨ ਗੱਲਾਂ ਦੇਖਦੇ ਹਾਂ ਜੀ ਸੰਬੰਧਿਤ। ਲੋਕ ਸਭਾ ਨੂੰ ਜੀ ਹਾਊਸ ਆਫ ਪੀਪਲ ਨੇਮ 1954 ਦਿੱਤਾ ਗਿਆ ਸੀ। ਸੌਰੀ, ਮੇਰੇ ਤੋਂ 54 ਨਹੀਂ ਲਿਖਿਆ ਗਿਆ, ਕੋਈ ਮਿਸਟੇਕ ਨੋਟਸ ਵਗੈਰਾ ਬਣਾਉਂਦੇ ਹੋ ਜਾਂਦੀ ਹੈ ਜੀ। ਬਾਕੀ ਤੁਸੀਂ ਮੇਰੀ ਵਾਇਸ ਨੂੰ ਥੋੜ੍ਹਾ ਰੱਖਿਓ ਧਿਆਨ 'ਚ ਅਤੇ ਆਪਣੇ ਨੋਟਸ ਬਣਾਉਂਦੇ ਰਹੋ ਜੀ। ਅਤੇ ਇਹ ਆ ਕਿ ਸੰਯੁਕਤ ਸਦਨ ਵਿੱਚ ਪ੍ਰਮੁੱਖਤਾ ਜਿਹੜੀ ਕਰਦੇ ਆ ਜੀ, ਉਹ ਲੋਕ ਸਭਾ ਦੇ ਮੈਂਬਰ ਕਰਦਾ ਜੀ। ਪਹਿਲੀ ਕਿਉਂਕਿ ਉਹਦਾ ਲੋਕ ਸਭਾ ਦਾ ਜਿਹੜਾ ਸਪੀਕਰ ਹੀ ਹੁੰਦਾ ਉਹੀ ਹੁੰਦਾ ਵਾ ਅੱਗੇ ਮੇਨ, ਭਾਵੇਂ ਦੋਵਾਂ ਦੀ ਇਕੱਠੀ ਹੋਣ। ਅਤੇ ਭਾਵੇਂ ਲੇਟਲਾ ਸਦਨ ਆ ਜੀ, ਪਰ ਇਹ ਆ ਕਿ ਜ਼ਿਆਦਾ ਉੱਥੇ ਕੰਮ ਇਹ ਲੋਕ ਸਭਾ ਦੇ ਸਪੀਕਰ ਦਾ ਹੀ ਚੱਲਦਾ ਜੀ। ਪਹਿਲੀ ਲੋਕ ਸਭਾ ਮਹਿਲਾ ਸਪੀਕਰ ਆ ਜੀ ਮੀਰਾ ਕੁਮਾਰੀ। ਅਤੇ ਪਹਿਲੇ ਲੋਕ ਸਭਾ ਦੇ ਜਿਹੜਾ ਸਪੀਕਰ ਸੀ ਜੀ GV ਮਲੰਕਰ ਸੀ। ਅਤੇ ਹੁਣ ਵਰਤਮਾਨ ਹੈ ਜੀ ਓਮ ਬਿਰਲਾ ਜੀ 17ਵੇਂ। ਅਤੇ ਸੰਸਦ ਕੇਂਦਰ ਸਰਕਾਰ ਦਾ ਵਿਧਾਨਿਕ ਅੰਗ ਹੈ, ਜਿਸ ਨੂੰ ਸਰਕਾਰ ਦਾ ਵੈਸਟਮਿੰਸਟਰ ਮਾਡਲ ਵੀ ਕਿਹਾ ਜਾਂਦਾ ਵਾ ਜੀ। ਕੇਂਦਰ ਸਰਕਾਰ ਦੇ ਮੁੱਖ 3 ਅੰਗ ਹੁੰਦੇ ਹਨ। ਅਤੇ ਸੰਵਿਧਾਨ ਦੇ ਤਹਿਤ ਸੰਸਦ ਦੇ 3 ਹਿੱਸੇ ਹੁੰਦੇ ਆ: ਰਾਸ਼ਟਰਪਤੀ, ਰਾਜ ਸਭਾ, ਲੋਕ ਸਭਾ। ਰਾਜ ਸਭਾ ਉੱਪਰਲਾ ਸਦਨ ਅਤੇ ਲੋਕ ਸਭਾ ਹੇਠਲਾ ਸਦਨ ਆ ਜੀ। ਇਸ ਸਮੇਂ ਰਾਜ ਸਭਾ ਦੇ 245 ਮੈਂਬਰ ਆ। ਇਹਨਾਂ ਵਿੱਚੋਂ 229 ਰਾਜਾਂ ਦੇ ਮੈਂਬਰਾਂ ਦੀ ਪ੍ਰਤੀਨਿਧਤਾ ਕਰਦੇ ਆ। 4 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼। ਭਾਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ ਜਿੰਨੇ ਵੀ ਹੈਗੇ ਆ ਜੀ, ਉਹਨਾਂ ਵਿੱਚੋਂ 1 ਪੌਂਡੀਚੇਰੀ ਅਤੇ 3 ਮੈਂਬਰ ਜਿਹੜੇ ਦਿੱਲੀ ਤੋਂ ਲੈ ਜਾਂਦੇ ਆ, ਅਤੇ 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ ਵਾ। ਅਤੇ ਅੱਗੇ ਆ ਜੀ ਆਪਾਂ ਪੜ੍ਹਦੇ ਹਾਂ ਜੀ ਲੋਕ ਸਭਾ ਦੇ ਰਾਜ ਸਭਾ ਦੇ ਬਾਰੇ ਕਿ ਕਿੰਨੇ ਅੱਗੇ ਮੈਂਬਰ ਹੁੰਦੇ ਆ, ਕੀ ਯੋਗਤਾ ਹੁੰਦੀ, ਸਾਰਾ ਕੁਛ ਗੱਲਾਂ। ਤਾਂ ਲੋਕ ਸਭਾ ਦੇ ਮੈਂਬਰ ਬਣਨ ਲਈ ਸ਼ਰਤਾਂ ਹੈਗੀਆਂ ਜੋ ਭਾਰਤ ਦਾ ਨਾਗਰਿਕ ਹੋਵੇ, 25 ਸਾਲ ਜਾਂ ਵੱਧ ਦੀ ਆਯੂ ਦਾ ਹੋਵੇ, ਸਰਕਾਰੀ ਅਹੁਦੇ 'ਤੇ ਨਾ ਲੱਗਾ ਹੋਵੇ, ਨਾਗਰਿਕਤਾ ਤੋਂ ਵਾਂਝਾ ਨਾ ਕੀਤਾ ਗਿਆ ਹੋਵੇ, ਪਾਗਲ ਜਾਂ ਦਿਵਾਲੀਆ ਨਾ ਹੋਵੇ, ਅਤੇ ਜਾਂ ਅਦਾਲਤ ਦੁਆਰਾ ਇਸ ਪਦਵੀ ਲਈ ਅਯੋਗ ਕਰਾਰ ਨਾ ਹੋਇਆ ਹੋਵੇ। ਠੀਕ ਆ ਜੀ, ਇਹ ਸ਼ਰਤਾਂ ਵਾ। ਬਾਕੀ ਬਣਤਰ ਦੀ ਕਰਦੇ ਹਾਂ ਜੀ, ਵੱਧ ਤੋਂ ਵੱਧ 550 ਮੈਂਬਰ ਹੋ ਸਕਦੇ ਆ ਜੀ। ਅਤੇ ਪਰੰਤੂ ਹੁਣ 1973 ਵਿੱਚ 31ਵੀਂ ਸੋਧ ਦੇ ਦੁਆਰਾ ਮਤਲਬ ਕਿ ਇਹਨਾਂ ਦੀ ਸੰਖਿਆ 545 ਕਰ ਦਿੱਤੀ ਗਈ ਆ ਜੀ। ਇਹਨਾਂ ਵਿੱਚ ਜਿਹੜੇ 530 ਮੈਂਬਰ ਆ ਜੀ ਰਾਜ ਦੇ ਲੋਕਾਂ ਅਤੇ 13 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਲੈ ਜਾਂਦੇ ਆ, ਅਤੇ ਰਾਸ਼ਟਰਪਤੀ 2 ਮੈਂਬਰ ਨੂੰ ਨਾਮਜ਼ਦ ਕਰਦਾ ਵਾ। ਵੈਸੇ ਉਹ ਨਾਮਜ਼ਦਗੀ 2020 ਤੋਂ ਖਤਮ ਹੋ ਗਈ ਆ ਜੀ ਆਰਟੀਕਲ ਦੇ ਸੋਧ ਐਕਟ ਦੇ ਅਕੋਰਡਿੰਗ। ਅਤੇ ਇਹਨਾਂ ਦਾ ਕਾਰਜਕਾਲ 5 ਸਾਲ ਦਾ ਹੁੰਦਾ ਵਾ। ਅਤੇ ਇਸ ਤੋਂ ਪਹਿਲਾਂ ਹੈ ਕਿ ਰਾਸ਼ਟਰਪਤੀ ਮੰਤਰੀ ਪਰਿਸ਼ਦ ਦੀ ਸਿਫਾਰਿਸ਼ 'ਤੇ ਮਤਲਬ ਕਿ ਇਹਨੂੰ ਭੰਗ ਕਰ ਸਕਦਾ ਜੀ। ਅਤੇ ਮਤਲਬ ਕੋਈ ਸੰਕਟ ਕਾਲੀਨ ਹੋ ਗਿਆ ਜੀ, ਉਸ ਸਮੇਂ ਇੱਕ ਸਮੇਂ ਸੰਸਦ ਦੁਆਰਾ 1 ਸਾਲ ਲਈ ਵਧਾਇਆ ਜਾ ਸਕਦਾ। ਮਤਲਬ ਕਿ ਜੇ ਮੰਨ ਲਓ ਕੋਈ ਸੰਕਟ ਪੈ ਗਿਆ ਵਾ ਅਤੇ ਕੋਈ ਗੱਲਬਾਤ ਹੋ ਗਈ ਹੈ, ਤਾਂ ਲੋਕ ਸਭਾ ਦਾ ਜਿਹੜਾ ਹੈਗਾ ਜੀ ਮਿਆਦ ਉਹਦੇ ਲਈ 1 ਸਾਲ ਵਧਾਈ ਜਾ ਸਕਦੀ ਹੈ, ਤੋਂ ਜ਼ਿਆਦਾ ਨਹੀਂ ਵਧਾਈ ਜਾ ਸਕਦੀ। ਬਾਕੀ ਇਹ ਆ ਕਿ ਮੈਂ ਅੱਗੇ ਦਿੱਤੇ ਆ ਜੀ ਲੋਕ ਸਭਾ ਵਿੱਚ ਰਾਜਾਂ ਦੇ ਮੈਂਬਰਾਂ ਦੀ ਗਿਣਤੀ ਦੱਸੀ ਗਈ ਆ ਜੀ। ਸਭ ਤੋਂ ਜ਼ਿਆਦਾ ਜਿੱਦਾਂ ਹੈਗੇ ਜੀ 80 ਉੱਤਰ ਪ੍ਰਦੇਸ਼, ਅਤੇ ਬਾਕੀ ਤੁਸੀਂ ਆਪਣੇ ਰਾਜ ਦੇ ਅਕੋਰਡਿੰਗ ਦੇਖ ਸਕਦੇ ਹੋ। ਅਤੇ ਆਪਣੇ ਜਿੱਦਾਂ ਪੰਜਾਬ ਦੇ ਵਿੱਚ 13 ਜੀ। ਠੀਕ ਆ ਜੀ, 530 ਕੁੱਲ ਮੈਂਬਰ ਆ ਜੀ। ਅਤੇ ਬਾਕੀ ਕਿੰਨੀ ਘੱਟ ਕਿੱਦੇ ਆ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁੱਛ ਸਕਦੇ ਆ। 7 ਸਿਰਫ ਦਿੱਲੀ ਦੇ ਵਿੱਚ ਆ, ਬਾਕੀ ਸਾਰਿਆਂ ਦੇ ਵਿੱਚ 1 ਆ। ਅਤੇ ਜੇ ਰਾਜਾਂ ਦੀ ਗੱਲ ਕਰਦੇ ਹਾਂ, ਸਿੱਕਮ, ਮਿਜ਼ੋਰਮ, ਨਾਗਾਲੈਂਡ, ਛੱਤੀਸਗੜ੍ਹ, ਉੱਤਰਾਖੰਡ, ਝਾਰਖੰਡ, ਸੌਰੀ ਵੱਖ ਕਰਕੇ ਦਿੱਤੇ ਸੀ, ਉਹ ਤੁਸੀਂ ਆਪ ਦੇਖ ਲਓ। ਸਿੱਕਮ, ਮਿਜ਼ੋਰਮ, ਨਾਗਾਲੈਂਡ, ਅਤੇ ਇਹਨਾਂ ਤਿੰਨਾਂ ਵਿੱਚੋਂ ਹੀ ਘੱਟ ਹੈ ਜੀ 1। ਅਤੇ 530 ਆ ਜੀ। ਹੁਣ ਤੱਕ 17 ਵੋਟਾਂ ਹੋ ਚੁੱਕੀਆਂ ਜੀ, ਕਿਉਂਕਿ ਪੁਰਾਣੀ ਜਿਹੜੀ ਬੁੱਕ ਸੀ ਉਹਦੇ 'ਤੇ 2014 ਲਿਖਿਆ ਸੀ, ਇਸ ਕਰਕੇ ਹੋ ਚੁੱਕੀਆਂ ਜੀ ਉਹਦੇ ਬਾਰੇ। ਹੁਣ 17ਵਾਂ ਵੋਟਾਂ ਜੀ। ਠੀਕ ਆ ਜੀ, ਇਹ ਗੱਲ ਨੂੰ ਰੱਖ ਲੈਣਾ ਧਿਆਨ। ਬਾਕੀ ਸਪੀਕਰ ਦੇ ਬਾਰੇ ਦੱਸਿਆ ਗਿਆ ਜੀ। ਸਪੀਕਰ ਦੇ ਬਾਰੇ ਤਾਂ ਤੁਹਾਨੂੰ ਦੱਸ ਚੁੱਕਿਆ ਮੈਂ ਪਹਿਲਾਂ ਹੀ ਕਿ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਜਦੋਂ ਆਉਂਦੀ ਆ ਜੀ, ਉਹਨਾਂ ਦੇ ਮੈਂਬਰਾਂ ਵਿੱਚੋਂ ਹੀ ਮਤਲਬ ਕਿ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਂਦੀ ਆ। ਫਿਰ ਉਹ ਜੇ ਮੰਨ ਲਓ ਜ਼ਿਆਦਾ ਹੋਵੇ, ਊਚ ਨੀਚ ਹੋਵੇ ਕਿ ਨਹੀਂ ਜੀ ਇਹਨੂੰ ਨਹੀਂ ਬਣਾਉਣਾ, ਫਿਰ ਉਹ ਅੱਗੇ ਜਿਹੜਾ ਫੈਸਲਾ ਜੀ ਉਹ ਰਾਸ਼ਟਰਪਤੀ ਕਰਦਾ ਜੀ।
ਅੱਗੇ ਰਾਜ ਸਭਾ ਦੀ ਗੱਲ ਕਰਦੇ ਹਾਂ ਜੀ। ਉੱਪਰਲਾ ਸਦਨ ਹੈ ਅਤੇ ਦੂਜਾ ਸਦਨ ਹੈ ਜੀ। ਰਾਜ ਸਭਾ ਦੇ ਜਿਹੜੇ ਕੁੱਲ ਮੈਂਬਰ ਆ ਜੀ 250 ਆ ਜੀ ਹੁੰਦੇ ਆ, ਅਤੇ ਇਹਨਾਂ ਵਿੱਚੋਂ 238 ਜਿਹੜੇ ਮੈਂਬਰ ਆ ਜੀ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਆ, ਅਤੇ ਜਿਹੜੇ ਬਾਕੀ ਆ ਜੀ ਉਹ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਜੀ, ਅਤੇ ਜਿਹੜੇ 238 ਆ ਜੀ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਲਏ ਜਾਂਦੇ ਆ ਜੀ, ਅਤੇ 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ ਵਾ। ਅਤੇ ਜਿਹੜੇ 12 ਮੈਂਬਰ ਨਾਮਜ਼ਦ ਕਰਦਾ ਜੀ ਸਾਹਿਤ ਕਲਾ ਜਾਂ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸਿੱਧੀ ਜਿਹਨਾਂ ਲਈ ਹੋਵੇ ਉਹੀ ਹੋ ਸਕਦੇ ਆ ਜੀ। ਅਤੇ ਹਰ ਜਿਹੜੇ 1/3 ਮੈਂਬਰ ਆ ਜੀ ਹਰ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਆ, ਅਤੇ ਇਹਨਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਵਾ। ਅਤੇ ਰਾਜ ਸਭਾ ਦੇ ਮੈਂਬਰ ਬਾਲੇ ਨਾਗਰਿਕ ਨੂੰ 30 ਸਾਲ ਜਾਂ ਵੱਧ ਉਮਰ ਦਾ ਹੋਣਾ ਚਾਹੀਦਾ। ਉਪ ਰਾਸ਼ਟਰਪਤੀ ਆਪਣੀ ਪਦਵੀ ਇਸ ਪ੍ਰਧਾਨ ਦਾ ਚੇਅਰਮੈਨ ਹੁੰਦਾ ਵਾ, ਮਤਲਬ ਕਿ ਜਿਹੜਾ ਰਾਜ ਸਭਾ ਦਾ ਚੇਅਰਮੈਨ ਹੁੰਦਾ ਵਾ ਇਸ ਪਦਵੀ ਦੇ ਪ੍ਰਧਾਨ ਦਾ ਚੇਅਰਮੈਨ ਹੁੰਦਾ, ਮਤਲਬ ਕਿ ਉਪ ਰਾਸ਼ਟਰਪਤੀ ਵੀ ਰਾਜ ਸਭਾ ਦਾ ਸਭਾਪਤੀ ਹੁੰਦਾ ਵਾ। ਤੁਹਾਨੂੰ ਪਤਾ ਉਹਦੀ ਹੀ ਉਹਨੂੰ ਤਨਖਾਹ ਮਿਲਦੀ ਆ। ਰਾਜ ਸਭਾ ਆਪਣੇ ਹੀ ਮੈਂਬਰਾਂ ਵਿੱਚੋਂ ਇੱਕ ਉਪ ਪ੍ਰਧਾਨ ਡਿਪਟੀ ਚੇਅਰਮੈਨ ਚੁਣਦੀ ਆ, ਜੋ ਮਤਲਬ ਕਿ ਚੇਅਰਮੈਨ ਦੀ ਮਤਲਬ ਕਿ ਜੇ ਉਪ ਰਾਸ਼ਟਰਪਤੀ ਨਹੀਂ ਹੁੰਦਾ, ਕਿਉਂਕਿ ਜੋ ਰਾਜ ਸਭਾ ਦਾ ਸਭਾਪਤੀ ਹੁੰਦਾ ਵਾ ਅਤੇ ਉਹ ਇੱਕ ਡਿਪਟੀ ਚੇਅਰਮੈਨ ਚੁਣ ਲੈਂਦੇ ਕਿ ਜੇ ਮੰਨ ਲਓ ਉਹ ਨਾ ਹੋਵੇ ਤਾਂ ਉਹ ਉਹਦਾ ਕਾਰਜ ਸੰਚਾਲਨ ਕਰ ਸਕੇ, ਮਤਲਬ ਕਿ ਕੰਮ ਕਰ ਸਕੇ ਕਿ ਜਾਂ ਨਾਮ ਹੀ ਹੁੰਦਾ ਵਾ। ਅਤੇ ਅੱਗੇ ਇਹ ਹੈ ਕਿ ਸੰਸਦ ਦੀਆਂ ਸ਼ਕਤੀਆਂ ਬਾਰੇ ਦੱਸਿਆ ਗਿਆ ਜੀ, ਕਿਹੜੀਆਂ ਕਿਹੜੀਆਂ ਹੁੰਦੀਆਂ ਵਿਧਾਨਕ ਸ਼ਕਤੀਆਂ ਹੁੰਦੀਆਂ ਜੀ। ਬਾਕੀ ਤੁਸੀਂ ਇਹਨਾਂ ਨੂੰ ਅੰਦਰ ਪੜ੍ਹ ਸਕਦੇ ਹੋ ਜੀ। ਜਿਹੜੀਆਂ ਸੂਚੀਆਂ ਹੁੰਦੀਆਂ ਵਾ ਕਾਨੂੰਨ ਬਣਾਉਣ ਬਾਰੇ, ਠੀਕ ਆ ਜੀ, ਉਹਦੇ ਬਾਰੇ ਗੱਲ ਕਰਦੇ ਆ। ਬਾਕੀ ਤੁਸੀਂ ਉਹਨਾਂ ਦੇ ਨੇਮ ਵੀ ਉੱਤੋਂ ਯਾਦ ਕਰ ਲਓਗੇ, ਇਹ ਬੜਾ ਵਾ, ਕਿਉਂਕਿ ਇਹਨਾਂ ਦੇ ਅੰਦਰ ਤੁਸੀਂ ਡੀਪਲੀ ਜੇ ਦੇਖਣਾ ਚਾਹੁੰਦੇ ਕਰ ਸਕਦੇ ਹੋ ਜੀ। ਬਾਕੀ ਕਾਨੂੰਨ ਪਾਸ ਕਰਨ ਦਾ ਕਿਹੜੇ ਕਿੱਥੋਂ ਕੋਲ ਅਧਿਕਾਰ ਹੈ ਜੀ, ਉਹ ਸੰਸਦ ਨੇ ਦਿੱਤਾ ਗਿਆ ਜੀ। ਕਾਰਜਕਾਰੀ ਸ਼ਕਤੀਆਂ ਬਾਰੇ ਗੱਲ ਕੀਤੀ ਗਈ ਆ ਕਿ ਕੌਣ ਕਾਰਜਕਾਰੀ ਸ਼ਕਤੀਆਂ ਦਾ ਹੈਗਾ ਪ੍ਰਮੁੱਖ ਹੁੰਦਾ ਵਾ। ਵੈਸੇ ਦਾ ਜਿਹੜਾ ਵੀ ਬਹੁਮਤ ਦਿਲ ਦਾ ਨੇਤਾ ਜੀ ਉਹ ਹੁੰਦਾ ਜੀ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਅੰਦਰ ਖਾਤੇ ਵਿੱਚ ਕਿ ਜਿਹੜਾ ਦੇਖਣਾ ਚਾਹੁੰਦੇ ਜੋ ਜ਼ਰੂਰੀ ਗੱਲ, ਕਿਉਂਕਿ ਕਾਰਜਕਾਰੀ ਸ਼ਕਤੀ ਇਹ ਤੁਹਾਨੂੰ ਪਤਾ ਹੀ ਕਿ ਜਿਹੜਾ ਰਾਸ਼ਟਰਪਤੀ ਕਰਦਾ ਜੀ ਉਹ ਬਹੁਮਤ ਦਿਲ ਦਾ ਨੇਤਾ ਹੀ ਨੂੰ ਚੁਣਦਾ ਵਾ, ਅਤੇ ਬਾਕੀ ਉਹ ਹੀ ਕਾਰਜ ਵਿਭਾਗ ਦਾ ਹੁੰਦਾ ਵਾ, ਅਤੇ ਰਾਸ਼ਟਰਪਤੀ ਦਾ ਨਾਮ ਮਾਤਰ ਦਾ ਹੁੰਦਾ ਵਾ। ਅਤੇ ਵਿੱਤੀ ਸ਼ਕਤੀਆਂ ਬਾਰੇ ਆ ਜੀ, ਜਿਹੜਾ ਕੋਈ ਬਜਟ ਵਗੈਰਾ ਆਉਂਦਾ ਅਤੇ ਪੂਰਾ ਕੰਟਰੋਲ ਸੰਸਦ ਦਾ ਹੁੰਦਾ ਵਾ, ਅਤੇ ਫਿਰ ਇਹ 'ਤੇ ਪੂਰੀ ਨਿਗਰਾਨੀ ਰੱਖਦੇ ਆ ਅਤੇ ਆਪਣੀ ਇੱਛਾ ਅਨੁਸਾਰ ਰੱਖਦੇ ਆ ਕਿ ਕੋਈ ਕੀ ਕਰਨਾ ਚਾਹੀਦਾ, ਕੀ ਨਵਾਂ ਲਿਆਉਣਾ ਚਾਹੀਦਾ, ਸਾਰਾ ਕੁਛ ਗੱਲਬਾਤ ਕਰਦੇ ਇਹਦੇ ਅੰਦਰ ਹੀ ਕਿ ਕਿਹੜੀ ਯੋਜਨਾ ਹੋਣੀ ਚਾਹੀਦੀ ਆ, ਵਿੱਤੀ ਸ਼ਕਤੀਆਂ ਦੇ ਅੰਦਰ ਹੀ ਕਰਦੇ ਆ, ਕਿਉਂਕਿ ਬਜਟ ਹੀ ਇਹਦੇ ਅੰਦਰ ਤਿਆਰ ਹੁੰਦਾ ਵਾ। ਅੱਗੇ ਨਿਆਇਕ ਸ਼ਕਤੀਆਂ ਬਾਰੇ ਦੱਸਿਆ ਜੀ ਕਿ ਜੇ ਸੰਸਦ ਦੁਆਰਾ ਮਤਲਬ ਕਿ ਰਾਸ਼ਟਰਪਤੀ ਨੂੰ ਵੀ ਹਟਾਇਆ ਜਾ ਸਕਦਾ ਵਾ ਜੀ, ਕਿ ਉਹਦੇ ਉੱਤੇ ਕੋਈ ਮਾਂ-ਦੋਸ਼ ਦਾ ਮੁਕੱਦਮਾ ਚਲਾ ਕੇ ਉਹਦੇ ਤੋਂ ਹਟਾਇਆ ਜਾ ਸਕਦਾ, ਜਾਂ ਕੋਈ ਸਦਨ ਦੋਸ਼ ਲਾਉਂਦਾ ਵਾ ਅਤੇ ਫਿਰ ਦੂਜਾ ਸਦਨ ਉਹਦੀ ਛਾਣਬੀਨ ਕਰਦਾ ਵਾ। ਜੇ ਉਹਦੀ ਜ਼ਿਆਦਾ ਬਹੁਮਤ 'ਚ ਵੋਟਾਂ ਪੈ ਜਾਂਦੀਆਂ ਸੰਸਦ ਦੇ ਵਿੱਚ ਤਾਂ ਰਾਸ਼ਟਰਪਤੀ ਨੂੰ ਵੀ ਹਟਾਇਆ ਜਾ ਸਕਦਾ ਜੀ। ਬਾਕੀ ਹੈ ਕਿ ਇਹ ਸੁਪਰੀਮ ਕੋਰਟ ਦੇ ਜੱਜ ਨੂੰ ਵੀ ਹਟਾ ਸਕਦੇ ਆ ਜੀ। ਅਤੇ ਬਾਕੀ ਹੈ ਕਿ ਅਟੋਰਨੀ ਜਨਰਲ ਹੋ ਗਏ, ਆਡੀਟਰ ਜਨਰਲ ਹੋ ਗਏ, ਇਹਨਾਂ ਨੂੰ ਵੀ ਜੇ ਮੰਨ ਲਓ ਕਿ ਕੋਈ ਕਿਸੇ ਦੋਸ਼ੀ ਆ ਜੀ ਕਿਸੇ ਕੰਮ ਦੇ ਜਾਂ ਮਹਾਦੋਸ਼ ਦਾ ਮੁਕੱਦਮਾ ਚੱਲਦਾ ਤਾਂ ਇਹਨਾਂ ਨੂੰ ਹਟਾਇਆ ਜਾ ਸਕਦਾ ਜੀ ਸੰਸਦ ਦੀ ਬਹੁਮਤ ਨਾਲ। ਇੰਨੀ ਪਾਵਰ ਸੰਸਦ ਤੋਂ ਹੁੰਦੀ ਆ ਜੀ। ਬਾਕੀ ਬਿੱਲਾਂ ਬਾਰੇ ਆ ਜੀ ਕਿ ਕਿਹੜਾ ਬਿੱਲ ਕਿੱਥੇ ਪਾਸ ਹੁੰਦਾ ਵਾ, ਕਿੰਨਾ ਅਧਿਕਾਰ ਹੁੰਦਾ ਜੀ, ਉਹ ਗੱਲ ਬਾਰੇ ਆ। ਜਿੱਦਾਂ ਆਰਡੀਨਰੀ ਬਿੱਲ ਆ ਜੀ, ਇਹ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਜੀ। ਸਦਨਾਂ ਦੇ ਕਿਸੇ ਵੀ ਕਾਨੂੰਨ ਸੰਬੰਧੀ ਪ੍ਰਸਤਾਵ ਨੂੰ ਬਿੱਲ ਕਿਹਾ ਜਾਂਦਾ ਜੀ। ਬਾਕੀ ਬਿੱਲ ਨਾਲ ਸੰਬੰਧਿਤ ਹੈਗੇ ਜੀ ਕਿ ਕਿਹੜਾ ਬਿੱਲ ਕਿੱਥੇ ਹੁੰਦਾ ਜੀ। ਅਤੇ ਜਿਹੜਾ ਹੈਗਾ ਜੀ ਮਨੀ ਬਿੱਲ, ਇਹ ਤਾਂ ਤੁਹਾਨੂੰ ਪਤਾ ਲੋਕ ਸਭਾ ਵਿੱਚ ਹੁੰਦਾ ਵਾ। ਅਤੇ ਬਾਕੀ ਜਿਹੜਾ ਵੀ ਆ ਕਿ ਲੋਕ ਸਭਾ ਜਿਹੜਾ ਹੈਗਾ ਜੀ ਮਨੀ ਬਿੱਲ ਆ ਜੀ, ਜਿੰਨਾ ਚਿਰ ਆਪਣਾ ਲੋਕ ਸਭਾ ਦਾ ਨਾ ਸਪੀਕਰ ਨਾ ਕਹੂਗਾ ਕਿ ਇਹ ਹੈ ਮਨੀ ਬਿੱਲ ਹੈ ਜਾਂ ਨਹੀਂ ਆ, ਹੁਣ ਚਿਰ ਇਹ ਮਨੀ ਬਿੱਲ ਹੀ ਬਣਦਾ। ਤਾਂ ਫਿਰ ਇਹ ਦੋਵਾਂ ਸਦਨਾਂ ਦੇ ਵਿੱਚ ਜਾਂਦਾ ਜੀ 14 ਦਿਨ ਦੇ ਅੰਦਰ ਅੰਦਰ, ਮਤਲਬ ਕਿ ਉਹਨੂੰ ਵਾਪਸ ਭੇਜਣਾ ਹੁੰਦਾ ਜੀ। ਜੇ ਮਤਲਬ 14 ਦਿਨਾਂ ਦੇ ਅੰਦਰ ਬਿੱਲ ਨਹੀਂ ਵਾਪਸ ਹੁੰਦਾ ਲੋਕ ਸਭਾ ਅੰਦਰ, ਤਾਂ ਸਮਝੋ ਕਿ ਉਹਨੂੰ ਪ੍ਰਵਾਨਗੀ ਦਿੱਤੀ ਸਮਝੀ ਜਾਂਦੀ ਆ, ਫਿਰ ਉਹਨੂੰ ਸਿੱਧਾ ਰਾਸ਼ਟਰਪਤੀ ਕੋਲੋਂ ਭੇਜ ਦਿੱਤਾ ਜਾਂਦਾ ਵਾ। ਬਾਕੀ ਬਿੱਲਾਂ ਦੀ ਗੱਲ ਕੀਤੀ ਗਈ ਆ ਜੀ। ਅੱਗੇ ਦੱਸਿਆ ਗਿਆ ਕਿ ਜਿਹੜੇ ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਦੇ 2 ਭਾਗ ਹੁੰਦੇ ਆ, ਇੱਕ ਨਾਮ ਮਾਤਰ ਅਤੇ ਅਸਲੀ ਕਾਰਜਪਾਲਿਕਾ, ਅਤੇ ਰਾਸ਼ਟਰਪਤੀ ਨਾਮ ਮਾਤਰ ਦੀ ਕਾਰਜਪਾਲਿਕਾ, ਅਤੇ ਮੰਤਰੀ ਪਰਿਸ਼ਦ ਮਤਲਬ ਕਿ ਮੰਤਰੀ ਮੰਡਲ ਜਿਹੜੇ ਹੁੰਦੇ ਆ, ਪ੍ਰਧਾਨ ਮੰਤਰੀ, ਇਹ ਕਾਰਜਪਾਲਿਕਾ ਦੇ ਮਤਲਬ ਕਿ ਮੈਂਬਰ ਆ ਜੀ। ਅੱਗੇ ਪਾਵਰ ਦੱਸੀ ਹੈ ਕਿ ਕਿਤੋਂ ਕਿੰਨੀ ਪਾਵਰ ਹੁੰਦੀ ਆ, ਅਤੇ ਇਹਦੇ ਬਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਜੀ। ਰਾਸ਼ਟਰਪਤੀ ਦੇ ਦੂਜੇ ਪ੍ਰਧਾਨ ਮੰਤਰੀ ਮੰਡਲ ਬਾਰੇ ਪੜ੍ਹ ਚੁੱਕੇ ਹਾਂ ਆਪਾਂ ਪਹਿਲਾਂ ਹੀ ਜੀ। ਅੱਗੇ ਆਪਾਂ ਗੱਲ ਕਰਦੇ ਹਾਂ ਹੋਰ ਜਿਹੜੇ ਮਹੱਤਵਪੂਰਨ ਫੈਕਟ ਆ ਜੀ। ਰਾਜ ਸਭਾ ਵਿੱਚ ਰਾਜਾਂ ਦੇ ਨੁਮਾਇੰਦੇ ਰਾਜ ਵਿਧਾਨ ਸਭਾ ਦੇ ਚੁਣੇ ਗਏ ਮੈਂਬਰਾਂ ਦੁਆਰਾ ਚੁਣੇ ਜਾਂਦੇ ਹਨ ਜੀ, ਇਹ ਗੱਲ ਦੱਸੀ ਗਈ ਆ। ਰਾਜ ਸਭਾ ਦੀਆਂ ਚੋਣਾਂ ਸਿੰਗਲ ਟਰਾਂਸੇਬਲ ਸਿਸਟਮ ਰਾਹੀਂ ਪੈਂਦੀਆਂ ਜੀ। ਪੰਜਾਬ ਵਿੱਚ 7 ਮੈਂਬਰ, ਉੱਤਰ ਪ੍ਰਦੇਸ਼ ਵਿੱਚ 31 ਅਤੇ ਤ੍ਰਿਪੁਰਾ ਵਿੱਚ 1 ਮੈਂਬਰ ਰਾਜ ਸਭਾ ਦਾ ਜੀ।
ਇਸ ਸਮੇਂ ਲੋਕ ਸਭਾ ਵਿੱਚ 545 ਮੈਂਬਰ ਹਨ। ਇਹਨਾਂ ਵਿੱਚੋਂ 530 ਰਾਜਾਂ ਦੀ ਪ੍ਰਤੀਨਿਧਤਾ ਕਰਦੇ ਹਨ, 13 ਮੈਂਬਰ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀ, 2 ਮੈਂਬਰ ਐਂਗਲੋ ਇੰਡੀਅਨ ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ ਵਾ। ਠੀਕ ਜੀ। 7ਵੀਂ ਸੋਧ ਨੇ ਸੰਸਦ ਦਾ ਆਕਾਰ 499 ਤੋਂ ਵਧਾ ਕੇ 525 ਸੀਟਾਂ ਕਰ ਦਿੱਤਾ ਸੀ। ਅਤੇ ਫਿਰ ਸੋਧ ਨੇ ਸੰਸਦ ਦਾ ਆਕਾਰ 525 ਤੋਂ ਵਧਾ ਕੇ 545 ਕਰ ਦਿੱਤਾ ਸੀ। ਇਹ ਲੋਕ ਸਭਾ ਦੀ ਗੱਲ ਕਰਦਾ ਜੀ। ਅਤੇ ਰਾਜ ਸਭਾ ਦੇ 12 ਮੈਂਬਰ ਕਲਾ, ਸਾਹਿਤ, ਵਿਗਿਆਨ ਅਤੇ ਸਮਾਜ ਸੇਵਾ ਵਿੱਚ ਵਿਸ਼ੇਸ਼ ਗਿਆਨ ਜਾਂ ਵਿਹਾਰਕ ਤਜਰਬੇ ਵਾਲੇ ਵਿਅਕਤੀ ਨਾਮਜ਼ਦ ਕੀਤੇ ਜਾਂਦੇ ਆ, ਮਤਲਬ ਕਿ ਪ੍ਰਸਿੱਧੀ ਜਿਨ੍ਹਾਂ ਤੋਂ ਹੁੰਦੀ ਆ ਜੀ। ਅਤੇ 61ਵੇਂ ਸੋਧ ਐਕਟ 1988 ਦੁਆਰਾ ਵੋਟਿੰਗ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ। ਰਾਸ਼ਟਰਪਤੀ 2 ਮੈਂਬਰ ਨਾਮਜ਼ਦ ਕਰਦਾ ਸੀ, ਹੁਣ ਇਹ ਖਤਮ ਕਰ ਦਿੱਤਾ ਗਿਆ ਵਾ। 95ਵੇਂ ਸੋਧ ਐਕਟ 2009 ਦੁਆਰਾ ਅਤੇ 2020 ਤੱਕ ਮਤਲਬ ਕਿ ਇਹਨੂੰ ਵਧਾਇਆ ਗਿਆ ਸੀ ਅਤੇ ਹੁਣ ਖਤਮ ਕਰ ਦਿੱਤਾ ਗਿਆ ਜੀ। ਅਤੇ ਹੁਣ ਤੱਕ ਜੀ 4 ਵਾਰ ਹੱਥਬੰਦੀ ਕਮਿਸ਼ਨ ਸਥਾਪਿਤ ਕੀਤਾ ਗਿਆ ਨਹੀਂ, 1952, 1963, 1973, 2002। ਅਤੇ ਮਤਲਬ ਕਿ ਹਾਲ ਹੀ ਜਿਹੜਾ 104ਵੇਂ ਐਕਟ ਜਿਹੜਾ ਸੋਧ ਰਾਹੀਂ ਨਾ ਰਾਖਵਾਂਕਰਨ 2030 ਤੱਕ ਵਧਾਇਆ ਗਿਆ ਜੀ, ਰਾਖਵਾਂਕਰਨ। ਅਤੇ SC ਲਈ ਲੋਕ ਸਭਾ ਵਿੱਚ 84 ਅਤੇ ST ਲਈ 47 ਸੀਟਾਂ ਰਾਖਵੀਆਂ ਜੀ ਲੋਕ ਸਭਾ ਦੇ ਅੰਦਰ। ਅਤੇ ਰਾਜ ਸਭਾ ਵਿੱਚ ਕੋਈ ਰਾਖਵਾਂਕਰਨ ਦਾ ਹੈਗਾ ਨਹੀਂ ਜੀ। ਅਤੇ ਰਾਜ ਸਭਾ 23 ਮਈ 1952 ਨੂੰ ਗਠਿਤ ਹੋਈ। ਇਸ ਨੂੰ ਭੰਗ ਨਹੀਂ ਕੀਤਾ ਜਾ ਸਕਦਾ। ਇਹ 27 ਸਦਨ ਆ ਜੀ। ਇਹ ਹਰ 2 ਸਾਲ ਬਾਅਦ ਇਸ ਦੇ 1/3 ਮੈਂਬਰ ਜੀ ਰਿਟਾਇਰ ਹੁੰਦੇ ਆ। ਅਤੇ ਲੋਕ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ ਵਾ। ਲੋਕ ਸਭਾ ਦੇ ਸਪੀਕਰ ਦੀ ਤਰੀਕ ਰਾਸ਼ਟਰਪਤੀ ਤੈਅ ਕਰਦਾ ਵਾ ਜੀ। ਅਤੇ ਡਿਪਟੀ ਸਪੀਕਰ ਦੀ ਚੋਣ ਦੀ ਤਰੀਕ ਸਪੀਕਰ ਤੈਅ ਕਰਦਾ ਜੀ ਲੋਕ ਸਭਾ ਦਾ। ਇਹ ਤੁਸੀਂ ਧਿਆਨ ਰੱਖਣਾ, ਜਿਹੜਾ ਸਪੀਕਰ ਦੀ ਕਰਦਾ ਜੀ ਉਹ ਰਾਸ਼ਟਰਪਤੀ ਕਰਦਾ, ਡਿਪਟੀ ਦੀ ਕਰਦਾ ਜੀ ਸਪੀਕਰ ਲੋਕ ਸਭਾ ਦਾ। ਅਤੇ ਵਰਤਮਾਨ ਸਮੇਂ ਵਿੱਚ ਓਮ ਬਿਰਲਾ ਭਾਰਤ ਦਾ ਸਪੀਕਰ ਆ ਜੀ। ਇਹ 19 ਜੂਨ 2019 ਨੂੰ ਬਣਿਆ ਸੀ 17ਵਾਂ। ਰਾਜ ਸਭਾ ਦੀਆਂ ਅਰੁਣਾਚਲ ਪ੍ਰਦੇਸ਼, ਗੋਆ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਪਾਂਡੀਚੇਰੀ ਵਿੱਚ 1 ਸੀਟ ਆ। ਰਾਜ ਸਭਾ ਵਿੱਚ ਕੋਈ ਰਾਖਵਾਂਕਰਨ ਨਹੀਂ ਹੈ, ਇਹ ਬਾਰੇ ਦੱਸਿਆ ਮੈਂ ਪਹਿਲਾਂ ਹੀ। ਸੰਸਦ ਦੇ ਮੈਂਬਰ ਦੀ ਸਹੁੰ ਰਾਸ਼ਟਰਪਤੀ ਦਿਵਾਉਂਦਾ ਹੈ। ਮੈਂਬਰ ਇਹ ਵੀ ਮਤਲਬ ਕਿ ਜਿਹੜਾ ਮੈਂਬਰ ਹੈ ਜੀ ਉਹ ਸਦਨ ਇੱਕ ਦਾ ਮੈਂਬਰ ਰਹਿ ਸਕਦਾ ਜੀ, ਉਹ ਦੋਵਾਂ ਮੈਂਬਰਾਂ ਦਾ ਨਹੀਂ ਹੋ ਸਕਦਾ। ਜੇ ਮੰਨ ਲਓ ਲੋਕ ਸਭਾ ਦਾ ਮੈਂਬਰ ਆ ਅਤੇ ਰਾਜ ਸਭਾ ਦਾ ਮੈਂਬਰ ਬਣ ਗਿਆ ਤਾਂ ਉਹਨੂੰ ਇੱਕ ਸਦਨ ਛੱਡਣਾ ਪੈਣਾ ਜੀ। ਸੰਸਦ ਦੇ 3 ਸੈਸ਼ਨ ਹੁੰਦੇ ਆ, ਬਜਟ ਸੈਸ਼ਨ, ਮਾਨਸੂਨ ਸੈਸ਼ਨ ਅਤੇ ਵਿੰਟਰ ਸੈਸ਼ਨ। ਜਿਹੜਾ ਬਜਟ ਸੈਸ਼ਨ ਉਹ ਫੈਬ ਦੇ ਵਿੱਚ ਹੁੰਦਾ ਵਾ ਜੀ, ਫਰਵਰੀ ਦੇ ਵਿੱਚ। ਮਾਨਸੂਨ ਸੈਸ਼ਨ ਜਿਹੜਾ ਜੁਲਾਈ ਦੇ ਵਿੱਚ ਹੁੰਦਾ ਵਾ, ਵਿੰਟਰ ਸੈਸ਼ਨ ਨਵੰਬਰ ਦੇ ਵਿੱਚ। ਸੈਸ਼ਨ ਦੇ ਵਿਚਕਾਰ ਮਤਲਬ ਕਿ ਵੱਧ ਤੋਂ ਵੱਧ 6 ਮਹੀਨਿਆਂ ਦਾ ਅੰਤਰਾਲ ਹੁੰਦਾ ਵਾ, ਜਿਸ ਨੂੰ ਸੈਸਰ ਕਿਹਾ ਜਾਂਦਾ ਜੀ। ਅਤੇ ਰਾਸ਼ਟਰਪਤੀ ਸੰਸਦ ਨੂੰ ਸੰਮਨ ਭੇਜਦਾ ਵਾ, ਫਿਰ ਹੀ ਸੰਸਦ ਦਾ ਸੈਸ਼ਨ ਸ਼ੁਰੂ ਹੁੰਦਾ ਜੀ। ਸੰਸਦ ਦੇ ਇੱਕ ਦਿਨ ਅੰਦਰ 2 ਬੈਠਕਾਂ ਹੁੰਦੀਆਂ ਵਾ, ਸਵੇਰ ਦੀ ਬੈਠਕ ਅਤੇ ਲੰਚ ਤੋਂ ਬਾਅਦ ਦੀ ਬੈਠਕ। ਅਤੇ ਇਹਨਾਂ ਜਿਹੜਾ ਵਿਚਕਾਰਲਾ ਟਾਈਮ ਹੁੰਦਾ ਜੀ ਉਹਨੂੰ 0 ਆਵਰ ਕਿਹਾ ਜਾਂਦਾ ਜੀ, ਜਾਂ 0 ਕਾਲ ਕਿਹਾ ਜਾਂਦਾ ਵਾ। ਅਤੇ ਜੇ ਟਾਈਮ ਪੁੱਛ ਲੈਣ ਜੀ, ਸਵੇਰ ਦੀ ਜਿਹੜੀ ਬੈਠਕ ਹੁੰਦੀ ਉਹ 11 ਤੋਂ 1 ਵਜੇ ਤੱਕ ਹੁੰਦੀ ਆ। ਫਿਰ ਲੰਚ ਟਾਈਮ ਹੁੰਦਾ 1 ਤੋਂ 2, ਲੰਚ ਤੋਂ ਬਾਅਦ ਦੀ ਜਿਹੜੀ ਬੈਠਕ ਹੁੰਦੀ ਆ ਜੀ 2 ਤੋਂ 6 ਵਜੇ ਤੱਕ। ਫਿਰ ਕੁਐਸਚਨ ਜਿਹੜਾ ਪੀਰੀਅਡ ਹੁੰਦਾ ਜੀ 11 ਤੋਂ 12 ਦਾ ਹੁੰਦਾ ਵਾ। ਅਤੇ ਜਿਹੜਾ 0 ਕਾਲ ਕਿਹਾ ਜਾਂਦਾ ਜੀ ਉਹ 12 ਤੋਂ 1 ਹੁੰਦਾ ਵਾ। ਅਤੇ ਜਿਹੜਾ ਵਿਪ ਸ਼ਬਦ ਆ ਜੀ ਸੰਵਿਧਾਨ ਦੇ ਅੰਦਰ ਮੌਜੂਦ ਨਹੀਂ ਆ, ਇਹ ਸੰਸਦ ਦੇ ਜਿਹੜਾ ਪਾਰਲੀਮੈਂਟ ਦੇ ਮੈਂਬਰ ਨੇ ਬਣਾਇਆ ਜੀ, ਉਹ ਵਰਤਦੇ ਆ ਜੀ। ਅਤੇ ਬਾਕੀ ਕਿ ਕਿਸੇ ਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਾ ਜੀ ਪੁੱਛ ਸਕਦੇ ਹੋ ਜੀ। ਬਾਕੀ ਜਿਹੜੇ ਵੀ ਪੁਆਇੰਟ ਮੈਂ ਡਿਸਕਸ ਕੀਤੇ ਨੇ ਇਹੋ ਹੀ ਪੇਪਰ ਦੇ ਵਿੱਚ ਆਉਂਦੇ, ਇਹ ਤੋਂ ਇਲਾਵਾ ਤੁਹਾਨੂੰ ਕੁਛ ਨਹੀਂ ਦੇਖਣ ਨੂੰ ਮਿਲੂਗਾ ਜੀ। ਅਤੇ ਆਰਟੀਕਲ ਤੁਸੀਂ ਸਾਰੇ ਹੀ ਧਿਆਨ 'ਚ ਰੱਖਣੇ ਆ ਜੀ। ਅਤੇ ਬਾਕੀ ਕਿਸੇ ਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਪੁੱਛ ਸਕਦੇ ਹੋ ਜੀ। ਬਾਕੀ ਸੰਵਿਧਾਨ ਦੇ ਜਿੰਨੀਆਂ ਵੀ ਹੈਗੀਆਂ ਜੀ PDF ਆ, ਇੱਕ ਵਾਰੀ ਹੀ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ 'ਤੇ ਮਿਲ ਜਾਣਗੀਆਂ। ਅਤੇ ਟੈਲੀਗ੍ਰਾਮ ਗਰੁੱਪ ਦਾ ਲਿੰਕ ਇਸੇ ਵੀਡੀਓ ਦੇ ਅਬਾਊਟ 'ਚ ਮਿਲ ਜੂ ਤੁਹਾਨੂੰ।